हाँ जी, स्वागत है ਤੁਹਾਡਾ ਸਾਰਿਆਂ ਦਾ ਇਸ ਕਲਾਸ ਦੇ ਵਿੱਚ। ਅੱਜ ਅਸੀਂ 10ਵੀਂ ਜਮਾਤ ਦੀ ਪੰਜਾਬੀ ਦੀ ਜੋ ਪੁਸਤਕ ਹੈ ਬੰਨਗੀ, ਇਸ ਵਿੱਚੋਂ ਕਹਾਣੀਆਂ ਵਾਲਾ ਭਾਗ ਅਸੀਂ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਵਿੱਚੋਂ ਅਸੀਂ ਅੱਜ ਦੂਸਰੀ ਕਹਾਣੀ ਮੜੀਆਂ ਤੋਂ ਦੂਰ। ਇਸ ਕਹਾਣੀ ਦਾ ਪਹਿਲਾਂ ਅਸੀਂ ਸਾਰ ਕਰਾਂਗੇ, ਇਸ ਤੋਂ ਬਾਅਦ ਇਸ ਦੇ ਜੋ ਪ੍ਰਸ਼ਨ ਉੱਤਰ ਨੇ ਇਸ ਵੀਡੀਓ ਵਿੱਚ ਅੱਜ ਅਸੀਂ ਕਰਾਂਗੇ। हाँ जी, सब तो पहला ਅਸੀਂ डिस्कस करते हाँ कहानी मड़ियाँ तो दूर। इस दे जो कहानीकार ने उन्हों का नाम है जी रघुवीर ढंड। तुसीं ने नाल सारियां कहानियां दे ही तुहानूं कहानीकारां दे नाम याद होने चाहिए ने, इत्थे तो सवाल तुहानूं बन सकता है। तो असीं शुरू करते हाँ जी पहला सार। बलवंत राय नूं इंग्लैंड रहिंदिआं 25 साल हो गए सन। अपनी मां की इच्छा पूरी करने लई उसनूं अपने नाल इंग्लैंड लै गया। ਐਤਵਾਰ ਨੂੰ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਖਾਣੇ ਉੱਤੇ ਸੱਦਿਆ ਤਾਂ ਗੱਲਾਂ ਵਿੱਚ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ। ਕਹਾਣੀਕਾਰ ਤੇ ਉਸ ਦੀ ਪਤਨੀ ਮਾਸੀ ਦੇ ਮਿਲਾਪੜੇ ਸੁਭਾਅ ਤੋਂ ਮੋਹੇ ਗਏ ਅਤੇ ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਹਿਆ, ਅਗਲੇ ਦਿਨ ਉਹਨਾਂ ਨੇ ਸੋਚਿਆ ਵੀ ਅਸੀਂ ਮਾਸੀ ਦੇ ਨਾਲ ਗੁਰੂ ਘਰ ਜਾਂਦੇ ਹਾਂ। ਤਾਂ ਜਦੋਂ ਉਹਨਾਂ ਨੇ ਜਾਣਾ ਚਾਹਿਆ ਤਾਂ ਉਸ ਦੇ ਪੁੱਤਰ ਨੂੰ ਤੇ ਪੁੱਤ ਪੋਤੀਆਂ ਵਿੱਚੋਂ ਕੋਈ ਵੀ ਬੇਲ ਜਾਂ ਰੂਸੀ ਦੀ ਘਾਟ ਦੱਸ ਕੇ ਨਾਲ ਨਾ ਤੁਰਿਆ। ਮਾਸੀ ਨੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ, ਫਿਰ ਮੰਦਰ ਵਿੱਚ ਭਜਨ ਗਾਏ ਤਾਂ ਦੋਹਾਂ ਥਾਵਾਂ ਦੇ ਜੋ ਪ੍ਰਧਾਨ ਸਨ ਬਹੁਤ ਪ੍ਰਭਾਵਿਤ ਹੋਏ। ਮਾਸੀ ਨੂੰ ਇੰਗਲੈਂਡ ਉੱਥੋਂ ਦੇ ਲੋਕ ਖੁੱਲ੍ਹੀਆਂ ਸੜਕਾਂ, ਸਾਫ ਸੁਥਰਾ ਵਾਤਾਵਰਨ, ਖੁੱਲ੍ਹੇ ਖਾਣ ਪੀਣ ਅਤੇ ਹੋਰ ਸਹੂਲਤਾਂ, ਇਹ ਸਭ ਕਰਕੇ ਇੰਗਲੈਂਡ ਉਹਨੂੰ ਸੁਰਗ ਜਾਪਿਆ ਸੀ। ਇਹ ਸਭ ਵੇਖ ਕੇ ਉਹ ਚਾਹੁਣ ਲੱਗੀ ਕਿ ਉਹ ਸਦਾ ਹੀ ਉੱਥੇ ਰਹੇ, ਉਸ ਦੇ ਪਤੀ ਨੂੰ ਵੀ ਉੱਥੇ ਹੀ ਬੁਲਾ ਲਿਆ ਜਾਵੇ। ਇੱਕ ਦਿਨ ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਆਇਆ। ਲੇਖਕ ਮਾਸੀ ਦੀਆਂ ਗੱਲਾਂ ਸੁਣ ਕੇ ਸਮਝ ਗਿਆ ਸੀ ਕਿ ਉਹ ਬਹੁਤ ਉਦਾਸ ਹੈ। ਪਹਿਲਾਂ ਤਾਂ ਜਦ ਉਹ ਸ਼ੁਰੂ ਦੇ ਵਿੱਚ ਮਾਸੀ ਇੰਗਲੈਂਡ ਗਈ ਸੀ ਤਾਂ ਉੱਥੇ ਤੇ ਉਹਨੇ ਦੇਖਿਆ ਵੀ ਇੱਥੇ ਤਾਂ ਇੰਨੀ ਸਾਫ਼ ਸਫਾਈ ਹੈ, ਇੰਨੀਆਂ ਸੁੱਖ ਸਹੂਲਤਾਂ ਨੇ, ਅਤੇ ਉਹ ਕੀ ਆਖਦੀ ਹੈ, ਇਸ ਨੂੰ ਆਖਦੀ ਹੈ ਵੀ ਬਹੁਤ ਵਧੀਆ ਦੇਸ਼ ਹੈ, ਸਵਰਗ ਆਖਦੀ ਹੈ ਉਸਨੂੰ। ਪਰ ਉਸ ਤੋਂ ਬਾਅਦ ਉਹ ਉੱਥੇ ਦੇ ਜਦੋਂ ਉਹਨੇ ਰੰਗ ਢੰਗ ਦੇਖੇ ਵੀ ਇੱਥੇ ਕਿਸੇ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੈਗਾ, ਸਾਰੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ, ਇਸ ਤੋਂ ਬਾਅਦ ਉਹ ਉਸ ਦੇਸ਼ ਨੂੰ ਬੇਕਾਰ ਸਮਝਣ ਲੱਗ ਗਈ। ਅਤੇ ਉਸਨੇ ਇੱਕ ਦਿਨ ਗੱਲ ਕਰੀ ਕਹਾਣੀਕਾਰ ਦੇ ਨਾਲ, ਅਤੇ ਕਹਾਣੀਕਾਰ ਨੂੰ ਸਮਝ ਦੇ ਵਿੱਚ ਆ ਗਿਆ ਵੀ ਜਿਹੜੀ ਮਾਸੀ ਹੈ ਉਹ ਹੁਣ ਉਦਾਸ ਹੈ। ਕਹਾਣੀਕਾਰ ਜਦੋਂ ਉਸ ਦੇ ਕੋਲ ਪੁੱਜਾ ਤਾਂ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ ਅਤੇ ਕਹਿਣ ਲੱਗੀ ਉਹ ਬਲਵੰਤ ਰਾਏ ਨੂੰ ਆਖ ਕੇ ਉਸ ਨੂੰ ਛੇਤੀ ਇੰਡੀਆ ਭਿਜਵਾ ਦੇਵੇ। ਕਹਾਣੀਕਾਰ ਨੂੰ ਮਾਸੀ ਤੋਂ ਪੁੱਛਣ 'ਤੇ ਪਤਾ ਲੱਗਾ ਕਿ ਇੰਗਲੈਂਡ ਦੇ ਜੀਵਨ ਤੋਂ ਮਾਸੀ ਦਾ ਇਸ ਕਰਕੇ ਮੋਹ ਛੁੱਟ ਗਿਆ ਹੈ ਕਿ ਉਸ ਦੇ ਪੁੱਤਰ ਬਲਵੰਤ ਰਾਏ ਕੋਲ ਉਸ ਦੀ ਕੋਈ ਗੱਲ ਸੁਣਨ ਦਾ ਵਕਤ ਨਹੀਂ, ਅਤੇ ਉਸ ਦੀ ਨੂੰਹ ਦਾ ਸੁਭਾਅ ਵੀ ਗੋਰਿਆਂ ਤੋਂ ਵੀ ਭੈੜਾ ਹੈ। ਉਹਨਾਂ ਦੇ ਬੱਚੇ, ਮੁੰਡਾ ਅਤੇ ਕੁੜੀਆਂ ਉਹਨਾਂ ਦੇ ਕਹਿਣੇ ਵਿੱਚ ਨਹੀਂ। ਵੱਡੀ ਕੁੜੀ ਮੀਰਾ ਚੰਗੀ ਹੈ, ਪਰ ਉਸ ਨਾਲ ਮਾਸੀ ਦੀ ਬੋਲੀ ਦੀ ਸਾਂਝ ਨਹੀਂ ਹੈ। ਉਹ ਉਹਨਾਂ ਲਈ ਖਾਣਾ ਬਣਾ ਕੇ ਵਕਤ ਨਹੀਂ ਗੁਜ਼ਾਰ ਸਕਦੀ ਕਿਉਂਕਿ ਸਾਰਿਆਂ ਦੇ ਖਾਣ ਪੀਣ ਦੇ ਰਾਹ ਅਲੱਗ-ਅਲੱਗ ਹਨ। ਅਤੇ ਇਸ ਤੋਂ ਬਿਨਾਂ ਜਦ ਉਹਦੇ ਨਾਲ ਮਾਸੀ ਨਾਲ ਉੱਥੇ ਕੋਈ ਗੱਲਬਾਤ ਨਹੀਂ ਕਰਦਾ, ਉਸਦਾ ਪੁੱਤਰ, ਉਸਦੀ ਨੂੰ ਤਾਂ ਉਹ ਗੱਲਬਾਤ ਨਹੀਂ ਕਰਦੇ, ਤਾਂ ਉਹ ਅੱਕ ਗਈ ਉੱਥੇ ਦੇ ਵਾਤਾਵਰਨ ਤੋਂ। ਉਹਨੂੰ ਲੱਗਿਆ ਵੀ ਮੈਨੂੰ ਹੁਣ ਇੰਡੀਆ ਵਾਪਸ ਚਲੇ ਜਾਣਾ ਚਾਹੀਦਾ ਹੈ। ਮਾਸੀ ਇਹ ਸਾਰੀਆਂ ਗੱਲਾਂ ਦੱਸ ਕੇ ਮੁੜ ਰੋਣ ਲੱਗ ਪਈ। ਕਹਾਣੀਕਾਰ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਹੁਣ ਉਸ ਨੂੰ ਇੰਡੀਆ ਜਾਣਾ ਹੀ ਚਾਹੀਦਾ, ਨਹੀਂ ਤਾਂ ਇਹ ਮੜੀਆਂ ਵਰਗੀ ਇੱਕ ਕੱਲ੍ਹ ਉਸ ਨੂੰ ਨਿਗਲ ਜਾਵੇਗੀ। ਮਾਸੀ ਨੇ ਹੁਣ ਇੰਗਲੈਂਡ ਨੂੰ ਮੜੀਆਂ ਤੋਂ ਵੀ ਕੋਈ ਦੂਰ ਦੀ ਚੀਜ਼ ਦੱਸਿਆ। ਅਤੇ ਸ਼ੁਰੂ ਦੇ ਵਿੱਚ ਜਦੋਂ ਇਹ ਮਾਸੀ ਇੱਥੇ ਇੰਗਲੈਂਡ ਆਈ ਸੀ ਤਾਂ ਜੋ ਕਹਾਣੀਕਾਰ ਸੀ ਉਹ ਆਖਦੇ ਵੀ ਇਹ ਦੇਸ਼ ਤਾਂ ਮੜੀਆਂ ਵਰਗਾ ਹੈ, ਅਤੇ ਉਦੋਂ ਮਾਸੀ ਉਸ ਨੂੰ ਰੋਕਦੀ ਹੈ, ਕਹਿੰਦੀ ਵੀ ਨਹੀਂ, ਮੜੀਆਂ ਵਰਗੇ ਸ਼ਬਦ ਨਾ ਵਰਤੇ ਇਹਦੇ ਲਈ, ਇਹ ਤਾਂ ਕਿੰਨਾ ਸੋਹਣਾ ਦੇਸ਼ ਹੈ। ਪਹਿਲਾਂ ਮਾਸੀ ਇਹ ਗੱਲ ਆਖਦੀ ਸੀ, ਪਰ ਬਾਅਦ ਵਿੱਚ ਜਦੋਂ ਉਹਨੂੰ ਉੱਥੇ ਦੇ ਸਿਸਟਮ ਨੂੰ ਸਮਝੀ ਵੀ ਕਿਸੇ ਕੋਲ ਉੱਥੇ ਗੱਲ ਕਰਨ ਦਾ ਟਾਈਮ ਨਹੀਂ, ਸਾਰੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ, ਹੈ ਨਾ, ਕੋਈ ਕਿਸੇ ਨਾਲ ਸਹੀ ਤਰ੍ਹਾਂ ਗੱਲ ਨਹੀਂ ਕਰਦਾ, ਟਾਈਮ ਨਹੀਂ ਕੱਢਦਾ, ਤਾਂ ਉਸ ਤੋਂ ਬਾਅਦ ਉਹ ਆਖਦੇ ਵੀ ਇਹ ਦੇਸ਼ ਤਾਂ ਕੋਈ ਮੜੀਆਂ ਤੋਂ ਵੀ ਦੂਰ ਦੀ ਚੀਜ਼ ਹੈ, ਵੀ ਲੋਕ ਮੜੀਆਂ ਨੂੰ ਮਾੜਾ ਸਮਝਦੇ ਨੇ, ਵੀ ਇਹ ਉਸ ਤੋਂ ਵੀ ਦੂਰ ਦੀ ਚੀਜ਼ ਹੈ, ਉਸ ਤੋਂ ਵੀ ਮਾੜਾ ਹੈ। ਠੀਕ ਹੈ, ਇੱਦਾਂ ਇਸ ਦਾ ਨਾਮ ਪੈ ਗਿਆ ਮੜੀਆਂ ਤੋਂ ਦੂਰ। ਤਾਂ ਇਹ ਕਹਾਣੀ ਦਾ ਅਸੀਂ ਨੇ ਸਾਰ ਸਮਝ ਲਿਆ। ਹੁਣ ਅਸੀਂ ਸਮਝਦੇ ਹਾਂ ਜੀ ਇਸ 'ਤੇ ਪ੍ਰਸ਼ਨ। ਜੋ ਪਹਿਲਾ ਪ੍ਰਸ਼ਨ ਹੈ, ਪ੍ਰਸ਼ਨ ਨੰਬਰ 1 ਹੈ ਜੀ,
ਵਿਦੇਸ਼ੋਂ ਆਏ ਬਲਵੰਤ ਰਾਏ ਨੂੰ ਉਸ ਦੀ ਮਾਂ ਕੀ ਕਹਿੰਦੀ ਹੈ। ਸ਼ੁਰੂ ਦੇ ਵਿੱਚ ਜਦੋਂ ਬਲਵੰਤ ਆਪਣੇ ਪਰਿਵਾਰ ਦੇ ਸਮੇਤ ਇੰਗਲੈਂਡ ਵਿੱਚ ਰਹਿੰਦਾ ਸੀ ਤਾਂ ਇੰਗਲੈਂਡ ਤੋਂ ਆਏ ਵਿਦੇਸ਼ ਤੋਂ ਆਏ ਨੂੰ ਮਾਂ ਕੀ ਕਹਿੰਦੀ ਹੈ। ਤਾਂ ਇਸ ਦਾ ਤੁਸੀਂ ਉੱਤਰ ਲਿਖੋਗੇ, ਵਿਦੇਸ਼ੋਂ ਆਏ ਬਲਵੰਤ ਰਾਏ ਦੀ ਮਾਂ ਉਸ ਨੂੰ ਗੁੱਸੇ, ਦੁੱਖ ਤੇ ਨਿਹੋਰਿਆਂ ਦੇ ਨਾਲ ਕਹਿੰਦੀ ਹੈ ਕਿ ਉਸ ਨੂੰ 25 ਸਾਲ ਇੰਗਲੈਂਡ ਗਏ ਨੂੰ ਹੋ ਗਏ ਹਨ। ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਨੂੰ ਕਈ ਵਾਰੀ ਇੰਗਲੈਂਡ ਬੁਲਾਇਆ ਹੈ ਪਰ ਉਸ ਨੇ ਕਦੇ ਨਹੀਂ ਬੁਲਾਇਆ। ਤਾਂ ਮਤਲਬ ਉਹ ਆਪਣੇ ਪੁੱਤਰ ਨਾਲ ਇੱਕ ਤਰ੍ਹਾਂ ਗਿਲਾ, ਆਪਣਾ ਗੁੱਸਾ ਜ਼ਾਹਿਰ ਕਰਦੀ ਹੈ, ਕਹਿੰਦੀ ਹੈ ਵੀ ਤੂੰ ਮੈਨੂੰ ਇੰਗਲੈਂਡ ਨਹੀਂ ਬੁਲਾਇਆ, ਪਰ ਉਸ ਨੇ ਉਸ ਨੂੰ ਕਦੇ ਨਹੀਂ ਬੁਲਾਇਆ, ਜਿਸ ਕਰਕੇ ਆਂਡਣਾ ਗਵਾਂਡਣਾ ਬੋਲੀਆਂ ਮਾਰਦੀਆਂ ਹਨ ਤੇ ਉਹ ਕੀ ਆਖਦੀਆਂ ਨੇ ਵੀ ਤੇਰੇ ਪੁੱਤਰ ਨੇ ਤੈਨੂੰ ਬੁਲਾਇਆ ਨਹੀਂ, ਉੱਥੇ ਜਾ ਕੇ ਤੈਨੂੰ ਭੁੱਲ ਗਿਆ। ਤੇ ਇਹ ਸਭ ਗੱਲਾਂ ਨੇ ਜਿਹੜੀਆਂ ਉਹ ਉਸ ਨਾਲ ਸਾਂਝੀਆਂ ਕਰਦੀ ਹੈ ਆਪਣੇ ਪੁੱਤਰ ਨਾਲ। ਇਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ ਜੀ, ਪ੍ਰਸ਼ਨ ਨੰਬਰ 2, ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਹੈ। ਮਾਸੀ ਸਰੀਰਕ ਤੌਰ 'ਤੇ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੀ ਸੁਭਾਅ ਦੀ ਹੈ, ਮਿੱਠੇ ਅਤੇ ਮੋਹ ਲੈਣ ਵਾਲੇ ਸੁਭਾਅ ਦੀ ਮਾਲਕ ਹੈ। ਇੱਥੇ ਤੁਹਾਨੂੰ ਛੋਟਾ ਪ੍ਰਸ਼ਨ ਨਹੀਂ ਬਣ ਸਕਦਾ, ਮਾਸੀ ਦਾ ਸੁਭਾਅ ਕਿਹੋ ਜਿਹਾ ਸੀ, ਮਿਲਾਪੜਾ, ਮਿੱਠਾ ਅਤੇ ਮੋਹ ਲੈਣ ਵਾਲਾ। ਪਹਿਲਾਂ ਵੀ ਇਹਦੇ ਵਿੱਚੋਂ ਸਵਾਲ ਇੱਥੇ ਤੋਂ ਆ ਚੁੱਕੇ ਤੁਹਾਡੇ ਬੋਰਡ ਦੀ ਪ੍ਰੀਖਿਆ ਦੇ ਵਿੱਚ, ਪਿਛਲੇ ਸਾਲ ਵਾਲੇ ਬੱਚੇ ਸੀ ਜਿਹੜੇ। ਆਪਣੀ ਇੰਗਲੈਂਡ ਜਾਣ ਦੀ ਇੱਛਾ ਪੂਰੀ ਕਰਨ ਲਈ ਉਹ ਨਿਹੋਰਿਆਂ ਅਤੇ ਗਿਲਿਆਂ ਤੋਂ ਕੰਮ ਲੈਂਦੀ ਹੈ। ਭਾਵੁਕ ਹੋਣ ਕਰਕੇ ਸ਼ੁਰੂ ਵਿੱਚ ਇੰਗਲੈਂਡ ਦੀ ਖੁਸ਼ਹਾਲੀ, ਸੁੰਦਰਤਾ ਅਤੇ ਸੁੱਖ ਸਹੂਲਤਾਂ ਨੂੰ ਵੇਖ ਕੇ ਉਹ ਮੋਹਿਤ ਹੋ ਜਾਂਦੀ ਹੈ ਅਤੇ ਇੰਗਲੈਂਡ ਉਹਨੂੰ ਬਹੁਤ ਵਧੀਆ ਲੱਗਦਾ ਸ਼ੁਰੂ ਵਿੱਚ। ਇਹ ਸਭ ਵੇਖ ਕੇ ਉਹ ਇੰਗਲੈਂਡ ਦੀਆਂ ਸਿਫਤਾਂ ਕਰਦੀ ਹੈ ਅਤੇ ਇੰਡੀਆ ਦੀ ਨਿੰਦਿਆ ਕਰਦੀ ਹੈ। ਉਹ ਧਾਰਮਿਕ ਭੇਦਭਾਵ ਤੋਂ ਰਹਿਤ ਹੈ, ਲੰਗਰ ਵਿੱਚ ਸੇਵਾ ਕਰਦੀ ਹੈ, ਭਜਨ ਗਾਉਂਦੀ ਹੈ ਮੰਦਰ ਦੇ ਵਿੱਚ। ਉਹ ਸਫਾਈ ਪਸੰਦ ਅਤੇ ਖਾਣ ਪੀਣ ਦੀ ਸ਼ੌਕੀਨ ਹੈ, ਪਰ ਉਸ ਨੂੰ ਮਾਸਾਹਾਰੀ ਭੋਜਨ ਬਿਲਕੁਲ ਵੀ ਪਸੰਦ ਨਹੀਂ ਹੈ। ਪਰ ਉੱਥੇ ਜਿਹੜੇ ਰਹਿੰਦੇ ਸੀ ਉਹ ਲੋਕ ਮਾਸਾਹਾਰੀ ਸੀ, ਜਿਸ ਕਰਕੇ ਉਹਨੂੰ ਉੱਥੇ ਵੀ ਇਹ ਚੀਜ਼ ਤੋਂ ਨਫ਼ਰਤ ਹੋ ਗਈ ਸੀ ਜਦੋਂ ਉਹ ਇੰਗਲੈਂਡ ਚਲੀ ਗਈ ਸੀ। ਤਾਂ ਇਸ ਤਰੀਕੇ ਨਾਲ ਇਸ ਪ੍ਰਸ਼ਨ ਦੇ ਵਿੱਚ ਅਸੀਂ ਨੇ ਮਾਸੀ ਦੇ ਸੁਭਾਅ ਬਾਰੇ ਡਿਸਕਸ਼ਨ ਕੀਤੀ ਹੈ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 3। ਪ੍ਰਸ਼ਨ ਨੰਬਰ 3, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਤੀਰਾ ਕਿਹੋ ਜਿਹਾ ਹੈ। ਤਾਂ ਇਸ ਪ੍ਰਸ਼ਨ ਦਾ ਅਸੀਂ ਨੇ ਉੱਤਰ ਲਿਖਣਾ ਹੈ, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹਿਣੇ ਵਿੱਚ ਨਹੀਂ ਹਨ। ਉਹ ਆਪਣੀ ਮਰਜ਼ੀ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਦੇ ਹਨ, ਪ੍ਰੋਗਰਾਮ ਬਣਾਉਂਦੇ ਹਨ, ਪਰ ਆਪਣੇ ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਮਾਪਿਆਂ ਨਾਲ ਮੰਦਰ ਜਾਂ ਗੁਰਦੁਆਰੇ ਜਾਣਾ ਵੀ ਪਸੰਦ ਨਹੀਂ ਹੈ। ਇਸ ਤਰ੍ਹਾਂ ਇਹ ਵਿਦੇਸ਼ੀ ਬੱਚਿਆਂ ਦਾ ਸੁਭਾਅ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4, ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ ਜਿਸ ਨੇ ਲੇਖਕ ਨੂੰ ਕੀਲ ਲਿਆ ਸੀ। ਉੱਤਰ, ਜਦੋਂ ਮਾਸੀ ਨੇ ਲੇਖਕ ਦੇ ਪੁੱਛਣ 'ਤੇ ਦੱਸਿਆ ਕਿ ਉਹ ਗੁਰਦੁਆਰੇ ਅਤੇ ਮੰਦਰ ਵਿੱਚ ਫਰਕ ਨਹੀਂ ਸਮਝਦੀ, ਉਹ ਦੋਵੇਂ ਥਾਵਾਂ 'ਤੇ ਜਾਵੇਗੀ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰਾਂ ਨਾਲ ਬਹੁਤ ਪਿਆਰ ਅਤੇ ਲਗਾਅ ਸੀ। ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ। ਇਹ ਫਰਕ ਵਾਲੀ ਬਿਮਾਰੀ ਤਾਂ ਹੁਣ ਹੀ ਚੱਲ ਪਈ। ਇਹ ਗੱਲਾਂ ਨੇ ਲੇਖਕ ਨੂੰ ਕੀਲ ਲਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਮਾਸੀ ਨੂੰ ਵਧੀਆ ਸਮਝਣ ਲੱਗ ਗਿਆ ਸੀ ਅਤੇ ਉਹਦਾ ਉਸ ਦੇ ਨਾਲ ਇੱਕ ਵਧੀਆ ਸੰਬੰਧ ਜੁੜ ਗਿਆ ਸੀ। ਅਤੇ ਉਸ ਤੋਂ ਬਾਅਦ ਉਹ ਜੋ ਮਾਸੀ ਸੀ ਉਸ ਦੇ ਨਾਲ ਹੀ, ਲੇਖਕ ਦੇ ਨਾਲ ਹੀ ਆਪਣੇ ਦੁੱਖ ਸੁੱਖ ਸਾਂਝੇ ਕਰਦੀ ਸੀ ਅਤੇ ਉਸਦੇ ਪੁੱਤਰ ਕੋਲ ਉਹਦੇ ਲਈ ਸਮਾਂ ਨਹੀਂ ਸੀ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 5। ਪ੍ਰਸ਼ਨ ਨੰਬਰ 5 ਹੈ ਜੀ ਕਿ ਮਾਸੀ ਨੇ ਲੇਖਕ ਨੂੰ ਮੜੀਆਂ ਸਿਵਿਆਂ ਵਰਗੇ ਨਹਿਸ ਸ਼ਬਦ ਬੋਲਣ ਤੋਂ ਕਿਉਂ ਵਰਜਿਆ। ਸ਼ੁਰੂ ਦੇ ਵਿੱਚ ਜੋ ਲੇਖਕ ਹੈ ਉਹਨੂੰ ਤਾਂ ਦੇਖੋ ਪਤਾ ਸੀ ਉੱਥੇ ਦੀ ਅਸਲੀਅਤ ਦਾ ਵੀ, ਇੰਗਲੈਂਡ ਕਿਸ ਤਰ੍ਹਾਂ ਦੇਸ਼ ਹੈ, ਤਾਂ ਉਸ ਦੇ ਲਈ ਮੜੀਆਂ ਸਿਵਿਆਂ ਵਰਗੇ ਸ਼ਬਦ ਵਰਤਦਾ ਸੀ, ਪਰ ਮਾਸੀ ਨੇ ਉਹਨੂੰ ਵਰਜਿਆ ਸੀ, ਉਹਨੇ ਰੋਕਿਆ ਸੀ, ਕਹਿੰਦੀ ਵੀ ਇੱਦਾਂ ਨਾ ਕਰ, ਮਤਲਬ ਵੀ ਇਹ ਸ਼ਬਦ ਕਿਉਂ ਯੂਜ਼ ਕਰ ਰਹੇ ਹੈ। ਅਤੇ ਦੇਖੋ ਜੀ ਇਸ ਦਾ ਉੱਤਰ ਤੁਸੀਂ ਲਿਖੋਗੇ, ਮਾਸੀ ਜਦੋਂ ਪਹਿਲੀ ਵਾਰ ਇੰਗਲੈਂਡ ਗਈ ਤਾਂ ਉੱਥੇ ਦੀ ਸਾਫ ਸਫਾਈ, ਮੌਸਮ, ਸੁੱਖ ਸਹੂਲਤਾਂ ਅਤੇ ਸੋਹਣੇ ਲੋਕਾਂ ਨੂੰ ਵੇਖ ਕੇ ਮੋਹਿਤ ਹੋ ਗਈ। ਮਾਸੀ ਨੂੰ ਉਹ ਥਾਂ ਸਵਰਗ ਵਰਗੀ ਜਾਪੀ। ਉਹ ਸਦਾ ਉੱਥੇ ਹੀ ਰਹਿਣਾ ਚਾਹੁੰਦੀ ਸੀ। ਲੇਖਕ ਇੰਗਲੈਂਡ ਦੀ ਮੜੀਆਂ ਵਰਗੀ ਚੁੱਪ ਅਤੇ ਅਪਣੰਤ ਭਰੇ ਜੀਵਨ ਤੋਂ ਜਾਣੂ ਸੀ। ਜਦੋਂ ਉਸਨੇ ਮਾਸੀ ਸਾਹਮਣੇ ਅਜਿਹੇ ਸ਼ਬਦ ਬੋਲੇ ਤਾਂ ਮਾਸੀ ਨੂੰ ਖੁਸ਼ਹਾਲ ਮੁਲਕ ਲਈ ਇਹ ਸ਼ਬਦ ਬੁਰੇ ਲੱਗੇ। ਇਸ ਕਰਕੇ ਉਸਨੇ ਲੇਖਕ ਨੂੰ ਇਹ ਸ਼ਬਦ ਬੋਲਣ ਤੋਂ ਵਰਜਿਆ ਸੀ। ਤਾਂ ਇਸ ਤਰੀਕੇ ਨਾਲ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6। 6ਵਾਂ ਪ੍ਰਸ਼ਨ ਹੈ ਜੀ, ਮੈਂ ਆਖਣੀਆਂ ਬੰਤ ਬੇਟਾ ਆ ਇੰਡੀਆ ਤੋਂ ਤੇਰੇ ਬਾਊ ਦੀ ਚਿੱਠੀ ਆਈ ਹੈ, ਨਾਲੇ ਤੇਰੀ ਭੈਣ ਦੀ ਵੀ। ਮਾਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ। ਤਾਂ ਦੇਖੋ ਜੀ ਇਸ ਦਾ ਤੁਸੀਂ ਉੱਤਰ ਲਿਖੋਗੇ, ਮਾਸੀ ਨੇ ਇਹ ਸ਼ਬਦ ਇਸ ਲਈ ਕਹੇ ਕਿਉਂਕਿ ਉਹ ਲੇਖਕ ਨੂੰ ਦੱਸਣਾ ਚਾਹੁੰਦੀ ਸੀ
ਕਿ ਉਸ ਦੇ ਪੁੱਤਰ ਬਲਵੰਤ ਰਾਏ ਦਾ ਹੁਣ ਆਪਣੇ ਪਰਿਵਾਰ ਤੋਂ ਬਿਨਾਂ ਦੂਸਰੇ ਰਿਸ਼ਤਿਆਂ ਨਾਲ ਮੋਹ ਪਿਆਰ ਨਹੀਂ ਰਿਹਾ। ਉਹ ਸਵੇਰੇ ਜਲਦੀ ਚਲਾ ਜਾਂਦਾ ਹੈ, ਰਾਤ ਨੂੰ ਦੇਰ ਨਾਲ ਘਰ ਆਉਂਦਾ ਹੈ। ਬਾਊ ਜੀ ਅਤੇ ਭੈਣ ਦੀ ਚਿੱਠੀ ਬਾਰੇ ਸੁਣ ਕੇ ਉਸਨੇ ਕੋਈ ਦਿਲਚਸਪੀ ਜ਼ਾਹਿਰ ਨਹੀਂ ਕੀਤੀ। ਇਸ ਪ੍ਰਕਾਰ ਮਾਸੀ ਆਪਣੇ ਪੁੱਤਰ ਦੇ ਬੇਪਰਵਾਹੀ ਅਤੇ ਮੋਹ ਪਿਆਰ ਤੋਂ ਸੱਖਣੇ ਵਤੀਰੇ ਤੋਂ ਦੁਖੀ ਹੋਈ ਇਹ ਲੇਖਕ ਨੂੰ ਦੱਸਦੀ ਹੈ, ਉਸ ਨੂੰ ਕਹਿੰਦੀ ਹੈ। ਇਸ ਤਰ੍ਹਾਂ ਅਸੀਂ ਨੇ ਪ੍ਰਸ਼ਨ ਨੰਬਰ 6 ਕੰਪਲੀਟ ਕਰ ਲਿਆ ਜੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 7। ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਪਰਤ ਆਉਣਾ ਚਾਹੁੰਦੀ ਸੀ? ਤਾਂ ਪਹਿਲਾਂ ਤਾਂ ਉਹ ਇਹ ਚਾਹੁੰਦੀ ਸੀ ਮੈਂ ਇੰਗਲੈਂਡ ਚਲੀ ਜਾਵਾਂ, ਹੈ ਨਾ, ਵੀ ਬਾਕੀ ਲੋਕਾਂ ਦੀ ਮਾਵਾਂ ਚਲੀਆਂ ਗਈ ਮੈਂ ਵੀ ਚਲੀ ਜਾਵਾਂ। ਪਰ ਲਾਸਟ ਵਿੱਚ ਉਹ ਕੀ ਚਾਹੁੰਦੀ ਹੈ ਵੀ ਇੰਗਲੈਂਡ ਤੋਂ ਵਾਪਸ ਇੰਡੀਆ ਆਉਣਾ ਚਾਹੁੰਦੀ ਹੈ। ਕਿਉਂ? ਸ਼ੁਰੂ ਵਿੱਚ ਤਾਂ ਮਾਸੀ ਇੰਗਲੈਂਡ ਦੀਆਂ ਸੁੱਖ ਸਹੂਲਤਾਂ, ਖੁੱਲ੍ਹੇ ਡੁੱਲੇ ਅਤੇ ਸਾਫ ਸੁਥਰੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਈ। ਪਰ ਜਦੋਂ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋਣ ਕਾਰਨ ਮਾਸੀ ਦੇ ਪੁੱਤਰ ਬਲਵੰਤ ਰਾਏ ਅਤੇ ਉਸਦੀ ਨੂੰਹ ਮਾਸੀ ਲਈ ਵਕਤ ਨਾ ਕੱਢ ਸਕੇ ਤਾਂ ਮਾਸੀ ਨੂੰ ਅਜਿਹੀ ਬੇਰੁਖੀ ਕਾਰਨ ਬਹੁਤ ਦੁੱਖ ਹੋਇਆ। ਮਾਸੀ ਦੇ ਪੋਤੇ ਪੋਤੀਆਂ ਦਾ ਵਤੀਰਾ ਵੀ ਮੋਹ ਪਿਆਰ ਵਾਲਾ ਨਹੀਂ ਸੀ। ਮਾਸੀ ਨੂੰ ਉਹਨਾਂ ਦੇ ਲੱਛਣ ਵੀ ਚੰਗੇ ਨਾ ਜਾਪੇ। ਉੱਥੋਂ ਦਾ ਜੀਵਨ ਮਾਸੀ ਨੂੰ ਮੜੀਆਂ ਤੋਂ ਵੀ ਬੁਰਾ ਜਾਪਣ ਲੱਗ ਪਿਆ। ਇਸ ਕਰਕੇ ਮਾਸੀ ਇੰਡੀਆ ਵਾਪਸ ਆਉਣਾ ਚਾਹੁੰਦੀ ਸੀ, ਵਾਪਸ ਪਰਤਣਾ ਚਾਹੁੰਦੀ ਸੀ। ਇਸ ਤਰੀਕੇ ਨਾਲ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਤੁਸੀਂ ਨੋਟ ਕਰ ਸਕਦੇ ਹੋ, ਇਸ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਅਤੇ ਅੱਜ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਨਵੀਆਂ ਵੀਡੀਓਜ਼ ਤੁਹਾਨੂੰ ਸਭ ਇੱਥੇ ਤੁਹਾਡਾ ਸਿਲੇਬਸ ਕੰਪਲੀਟ ਕਰਵਾਇਆ ਪਿਆ ਇਹ ਤੁਹਾਨੂੰ ਮਿਲ ਸਕਣ। ਇਸ ਤੋਂ ਬਾਅਦ ਇੱਕ ਪ੍ਰਸ਼ਨ ਰਹਿ ਗਿਆ, ਇਹ ਵੀ ਅਸੀਂ ਕੰਪਲੀਟ ਕਰ ਲੈਂਦੇ ਹਾਂ। ਪ੍ਰਸ਼ਨ ਨੰਬਰ 8। ਬਲਵੰਤ ਰਾਏ ਦਾ ਸੁਭਾਅ ਕਿਹੋ ਜਿਹਾ ਹੈ? ਉੱਤਰ, ਬਲਵੰਤ ਰਾਏ ਮੜੀਆਂ ਤੋਂ ਦੂਰ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਸ ਨੂੰ ਪਿਛਲੇ 25 ਸਾਲਾਂ ਉਹ ਪਿਛਲੇ 25 ਸਾਲਾਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਹੈ ਅਤੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਹ ਆਪਣੇ ਨਾਲ ਇੰਗਲੈਂਡ ਲੈ ਜਾਂਦਾ ਹੈ। ਉਹ ਅਤੇ ਉਸਦੀ ਪਤਨੀ ਦੁਕਾਨ ਚਲਾਉਂਦੇ ਹਨ, ਜਿਸ ਕਾਰਨ ਉਹ ਕੰਮ ਵਿੱਚ ਵਿਅਸਤ ਹੋ ਕੇ ਆਪਣੀ ਮਾਂ ਲਈ ਸਮਾਂ ਨਹੀਂ ਕੱਢ ਸਕਦੇ। ਬਲਵੰਤ ਰਾਏ ਦਾ ਸਰੀਰ ਰੰਗ ਰੂਪ ਆਪਣੀ ਮਾਂ ਦੇ ਮੁਕਾਬਲੇ ਕਣਕ ਵਿੱਚ ਕੰਗਿਆਰੀ ਵਾਂਗ ਹੈ। ਉਹ ਪਿਆਰ ਕਰਨ ਵਾਲਾ ਅਤੇ ਸਪਸ਼ਟ ਪਰ ਬੇਵੱਸ ਇਨਸਾਨ ਹੈ। ਮਤਲਬ ਉਹਦੇ ਵੱਸ ਦੀ ਗੱਲ ਨਹੀਂ ਹੈ ਕਿ ਉਹ ਪਿਆਰ ਕਰਨ ਵਾਲਾ ਹੈ, ਪਰ ਉਹ ਬੇਵੱਸ ਹੈ ਕਿਉਂਕਿ ਉਸਦੇ ਵੱਸ ਨਹੀਂ, ਉਹਦੇ ਕੋਲ ਟਾਈਮ ਹੀ ਨਹੀਂ, ਉਹ ਆਪਣੇ ਕੰਮਕਾਰ 'ਚ ਬਿਜੀ ਹੈ। ਤਾਂ ਇਸ ਤਰੀਕੇ ਨਾਲ ਇਹ ਉਸਦਾ ਸੁਭਾਅ ਸੀ। ਤਾਂ ਅਸੀਂ ਨੇ ਇਹ ਪਾਠ ਦੇ ਜੋ ਪ੍ਰਸ਼ਨ ਉੱਤਰ ਸੀ ਅਤੇ ਸਾਰ ਸੀ ਉਹ ਕੰਪਲੀਟ ਕਰ ਲਿਆ। ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਅੱਜ ਹੀ ਚੈਨਲ ਨਾਲ ਜੁੜੋ, ਸਬਸਕ੍ਰਾਈਬ ਕਰੋ। ਧੰਨਵਾਦ।